ਫਗਵਾੜਾ ਦੇ ਪਰਮਾਰ ਕਲੋਨੀ ਵਿੱਚ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ ਜਦੋਂ ਸੋਸਵਾ ਸੁਸਾਇਟੀ ਫਾਰ ਸਰਵਿਸ ਟੂ ਕੁਆਲਿਟੀ ਏਜੰਸੀ ਦੇ ਨਾਂ ਦੀ NGO ਦੇ ਵਰਕਰਾਂ ਨਾਲ ਮੁਹੱਲਾ ਵਾਸੀਆਂ ਨਾਲ ਭਾਰੀ ਬਹਿਸ ਹੋ ਗਈ। ਗੱਲਬਾਤ ਪੁਲਿਸ ਤੱਕ ਪਹੁੰਚ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁਹੱਲਾ ਵਾਸੀਆਂ ਨੇ ਆਰੋਪ ਲਗਾਇਆ ਕਿ ਇਸ ਸੰਸਥਾ ਵਿੱਚ ਨਸ਼ਾ ਕਰਨ ਵਾਲੇ ਲੜਕੇ ਆਉਂਦੇ ਹਨ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਅਤੇ ਇੱਕ ਲੜਕਾ ਅੰਦਰ ਚਲਿਆ ਗਿਆ ਤੇ ਦੂਜਾ ਜਦੋਂ ਦੋਨੋਂ ਲੜਕੇ ਬਾਹਰ ਆਏ ਤਾਂ ਦੋਵੇਂ ਨੌਜਵਾਨਾਂ ਨੇ ਬਾਹਰ ਖੇਡ ਰਹੇ ਬੱਚੇ ਨੂੰ ਟੀਕਾ ਲਗਾਉਣ ਦੀ ਕੋਸ਼ਿਸ਼ ਕੀਤੀ ਤੇ ਬੱਚਾ ਉੱਥੋਂ ਭੱਜ ਗਿਆ। ਤੇ ਜਦੋਂ ਸਾਰੀ ਘਟਨਾ ਦੀ ਜਾਣਕਾਰੀ ਬੱਚੇ ਦੇ ਮਾਪਿਆਂ ਨੂੰ ਲੱਗੀ ਤਾਂ ਉਹਨਾਂ ਨੂੰ ਆਪਣੇ ਵੱਲ ਆਉਂਦਾ ਦੇਖ ਉਕਤ ਦੋਵੇਂ ਨੌਜਵਾਨ ਉੱਥੋਂ ਭੱਜ ਗਏ। ਮੌਕੇ ਤੇ ਪਹੁੰਚੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਨੇ ਸੰਸਥਾ ਦੇ ਪ੍ਰਬੰਧਕਾਂ ਤੋਂ ਪੁੱਛਗਿੱਛ ਕੀਤੀ ਹੈ। ਸੰਸਥਾ ਦੇ ਪ੍ਰਬੰਧਕ ਪਰਮਜੀਤ ਕੌਰ ਨੇ ਸਾਰੀ ਘਟਨਾ ਨੂੰ ਬੇਬੁਨਿਆਦ ਦੱਸਿਆ ਹੈ। ਦੂਜੇ ਪਾਸੇ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਡਾਕਟਰ ਕਮਲ ਕਿਸ਼ੋਰ ਨੇ ਕਿਹਾ ਕਿ ਇਹ ਸੰਸਥਾ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ ਹੈ ਤੇ ਜੇਕਰ ਇਹ ਸੰਸਥਾ ਸਰਕਾਰ ਦੇ ਨਿਯਮਾਂ ਖਿਲਾਫ ਕੰਮ ਕਰ ਰਹੀ ਹੈ ਤੇ ਇਹ ਬਿਲਕੁਲ ਗਲਤ ਹੈ। ਆਓ ਜਾਣੀਏ ਕੀ ਹੈ ਸਾਰੀ ਘਟਨਾ। ਫਗਵਾੜਾ ਬੁਲੇਟਿਨ 24 ਨਿਊਜ਼ ਚੈਨਲ ਲਈ ਕਮਲ ਨੂਰ ਦੇ ਨਾਲ ਸ਼ਿਵ ਕੋਲਾ ਦੀ ਰਿਪੋਰਟ। ਕੀ ਨਾਮ ਹੈ? प्रतिभा ਕਿਹੜੇ ਏਰੀਆ ਚ ਰਹਿੰਦੇ ਆ? ਇੱਥੇ ਗ੍ਰੀਨ ਅੱਛਾ, ਕੀ ਮਾਮਲਾ ਕੀ ਪ੍ਰੋਬਲਮ ਕੀ ਇੱਥੇ? ਦੇਖੋ ਜਿਹੜਾ ਆ ਉਹਨਾਂ ਦੇ ਰਿਹਾਇਸ਼ੀ ਇਲਾਕਾ ਆ ਨਾ, ਇਸੇ ਰਿਹਾਇਸ਼ੀ ਇਲਾਕੇ 'ਚ ਇਹ ਜਿਹੜਾ ਘਰ ਆ ਇਹ ਨਾਲ ਰਹਿ ਰਹੇ ਬਿਲਕੁਲ। ਤੇ ਇੱਥੇ ਜਿਹੜੀਆਂ ਸਰਿੰਜਾਂ ਕਹਿ ਲਓ ਉਹਨਾਂ ਦੇ ਰੈਪਰਸ ਮਤਲਬ ਸਾਰੀ ਜਿਹੜੀ ਚੀਜ਼ਾਂ ਨੇ ਇਹ ਇਸ ਤਰ੍ਹਾਂ ਇੱਦਾਂ ਹੀ ਖਿਲਰੀ ਫਿਰਦੀ ਰਹਿੰਦੀ ਹੈ। ਕਈ ਵਾਰੀ ਤਾਂ ਸਰਿੰਜਾਂ ਜਿਹੜੀਆਂ ਓਪਨ ਬਿਨਾਂ ਵਿਦਾਊਟ ਉਹਨਾਂ ਦੇ ਲਿਡ ਉੱਪਰ ਢੱਕਣ ਵੀ ਨਹੀਂ ਹੁੰਦਾ, ਕੱਲੀ ਸਰਿੰਜ ਜਿਹੜੀ ਆ ਉਹਦੇ ਹਾਂਜੀ ਸੂਈ ਲੱਗੀ ਹੁੰਦੀ ਹੈ। 2-3 ਵਾਰੀ ਤਾਂ ਮੈਂ ਖੁਦ ਦੇਖੀ ਹੈ। ਅੱਛਾ ਜੀ, ਇਹ ਹੋ ਗਈ ਕਾਫੀ ਦੇਰ ਹੋ ਗਈ ਗੱਲ। ਮਤਲਬ ਇਹ ਚੀਜ਼ਾਂ ਜਿਹੜੀਆਂ ਬੱਚੇ ਹੁੰਦੇ ਕੋ ਖੁੱਲੇ ਆਮ ਫਿਰਦੇ ਆ, ਅਸੀਂ ਵੀ ਫਿਰਦੇ ਹਾਂ ਖੁੱਲੇ ਆਮ। ਅਸੀਂ ਹੁਣ ਪੈਰੋਂ ਨੰਗੇ ਇੱਥੇ ਫਿਰਨ ਤੋਂ ਅਸੀਂ ਗੁਰੇਜ਼ ਕਰੀਦਾ, ਠੀਕ ਹੈ, ਕਿ ਆਹ ਜਿਹੜੀ ਚੀਜ਼ ਸਾਡੇ ਨਾਲ ਇਨਫੈਕਟ ਹੋ ਜਾਵੇ ਸਾਡੇ ਨਾਲ, ਕਿਉਂਕਿ ਇਹ ਚੀਜ਼ ਤੁਹਾਨੂੰ ਪਤਾ ਹੈ ਕਿੰਨੀ ਮਤਲਬ ਗਲਤ ਆ। ਇਹ ਖੁੱਲੇ ਆਮ ਬਹੁਤ ਹੋ ਰਿਹਾ। ਕੀ ਤੁਹਾਡੀ ਕੀ ਮੰਗ ਕੀ ਆ? ਨਹੀਂ, ਇਹ ਰਿਹਾਇਸ਼ੀ ਇਲਾਕੇ ਤੇ ਨਹੀਂ ਹੋਣਾ ਚਾਹੀਦਾ ਇਹ ਚੀਜ਼। ਹਾਂਜੀ ਸਾਡੀ ਸਾਰੀ ਕਲੋਨੀ ਦੀ ਹੈ ਸਾਰੀ, ਹਾਂਜੀ ਸਾਰੇ ਨੇ ਸਾਰੇ ਇਕੱਠੇ ਹੋਏ ਆ, ਸਾਰੇ ਇਕੱਠੇ ਹੋਏ। ਦੇਖੋ ਹਾਂਜੀ ਬੋਲੋ। ਸਾਰੇ ਪੂਰੀ ਸਾਡੀ ਕਲੋਨੀ ਦੇ ਸਾਰੇ ਲੋਕ ਅਸੀਂ ਇਕੱਠੇ ਆ। ਤੁਸੀਂ ਵੀ ਇਕੱਠੇ ਆ ਵੀ ਇਹ ਇੱਥੋਂ ਚੱਕਣਾ ਚਾਹੀਦਾ। ਇੱਥੇ ਡੇਲੀ ਜਿਹੜੇ ਵੀ ਮੁੰਡੇ ਆ ਰਹੇ ਹੋ ਉਹ ਸਾਨੂੰ ਨਹੀਂ ਪਤਾ ਉਹ ਸਰਿੰਜਾਂ ਕਿਸ ਪਰਪਸ ਲਈ ਲੈਣ ਆ ਰਹੇ ਹੋ। ਔਰ ਉਹਨਾਂ ਦੀਆਂ ਸਾਰੇ ਜਿੰਨੇ ਵੀ ਮੈਂਬਰਸ ਇੱਥੇ ਆਉਂਦੇ ਆ ਉਹ ਨਸ਼ੇੜੀਏ ਹੀ ਆਉਂਦੇ ਆ। ਉਹਨਾਂ ਮੁੰਡਿਆਂ ਵਿੱਚੋਂ ਹੀ ਕੱਲ 2 ਮੁੰਡਿਆਂ ਨੇ ਮੇਰੇ ਬੱਚੇ ਨੂੰ ਆਫਰ ਕੀਤਾ। ਮੇਰਾ ਬੱਚਾ 9 ਸਾਲ ਦਾ ਔਰ ਉਹਨੂੰ ਕਹਿੰਦੇ ਵਾਈਟ ਕਲਰ ਦੇ ਉਹਦੇ ਕੁਝ ਸੀਗਾ, ਕਹਿੰਦਾ ਭੁੱਕੀ ਲਾ ਲਾ। ਆਈ ਡੋਂਟ ਨੋ ਕਿ ਉਹ ਸਿਗਰਟ ਸੀ ਕੀ ਸੀ। ਉਹਨੂੰ ਕਹਿੰਦਾ ਲੈ ਲਾ, ਉਹ ਕਹਿੰਦਾ ਨਹੀਂ, ਕਹਿੰਦਾ ਲੈ ਲਾ। ਫਿਰ ਉਹਨੂੰ ਕਹਿੰਦੇ ਆ ਜਾ ਚਲੀਏ। ਡੋਰ ਓਪਨ ਸੀ, ਉਹ ਬੱਚਾ ਭੱਜ ਕੇ ਅੰਦਰ ਆ ਗਿਆ। ਜੇ ਇਨ ਕੇਸ ਡੋਰ ਓਪਨ ਨਾ ਹੁੰਦਾ ਤੇ ਉਹਨੂੰ ਲੈ ਜਾਂਦੇ ਤੇ ਕੌਣ ਜ਼ਿੰਮੇਵਾਰ ਸੀ? ਕੀ ਮੰਗ ਕੀ ਹੈ ਤੁਹਾਡੀ? ਮੰਗ ਇਹੀ ਹੈ ਕਿ ਇੱਥੇ ਦਿਨ ਰਾਤ ਨਸ਼ੇੜੀਏ ਆਉਂਦੇ ਆ ਔਰ ਅਸੀਂ ਬਿਲਕੁਲ ਸੇਫ ਨਹੀਂ ਹੈਗੇ। ਨਾ ਸਾਡੇ ਘਰ ਸੇਫ ਆ, ਨਾ ਸਾਡੇ ਬੱਚੇ ਸੇਫ ਆ। ਅਸੀਂ ਇਸ ਸੰਸਥਾ ਨੂੰ ਇੱਥੇ ਨਹੀਂ ਚਾਹੁੰਦੇ, ਇਹਨੂੰ ਬੰਦ ਕੀਤਾ ਜਾਵੇ। ਮੇਰਾ ਨਾਮ ਪਰਮਜੀਤ ਕੌਰ ਹੈ। ਪਰਮਜੀਤ ਜੀ ਕੀ ਤੁਸੀਂ ਕੀ ਚਲਾਉਂਦੇ ਆ? ਇਹ ਸਰ NGO ਆ ਸੋਸਵਾ, ਜਿਹਦੇ ਵਿੱਚ HIV AIDS ਤੇ ਗੌਰਮੈਂਟ ਵੱਲੋਂ ਪ੍ਰੋਜੈਕਟ ਚਲਾਇਆ ਜਾਂਦਾ ਹੈ, ਜਿਹਦੇ ਵਿੱਚ ਕਿ ਜਿਹੜੇ ਨਸ਼ੇ ਵਾਲੇ ਮੁੰਡੇ ਆ ਉਹਨਾਂ ਨੂੰ ਅਵੇਅਰਨੈਸ ਕੀਤਾ ਜਾਂਦਾ ਕਿ HIV ਤੋਂ ਅਸੀਂ ਕਿਸ ਤਰ੍ਹਾਂ ਆਪਣਾ ਬਚਾਓ ਕਰ ਸਕਦੇ ਹਾਂ। ਉਹਦੇ ਲਈ ਗੌਰਮੈਂਟ ਵੱਲੋਂ ਸਾਨੂੰ ਡਾਕਟਰ ਪ੍ਰੋਵਾਈਡ ਕੀਤਾ ਆ, ਪੂਰਾ ਸਟਾਫ ਆ ਸਾਡੇ ਕੋਲ, ਅਕਾਊਂਟੈਂਟ ਆ, ਫਿਰ GNM ਨਰਸ ਆ, ਫਿਰ ਮੁੰਡੇ ਆਊਟਰੀਚ ਆ ਜਿਹੜੇ ਕੰਮ ਕਰਦੇ ਆ, ਜਿਨ੍ਹਾਂ ਦੀ ਸਾਰਿਆਂ ਨੂੰ ਮਤਲਬ ਦੇਖਤੀ ਮੈਂ ਹੀ ਆ। ਤੇ ਇਹ ਜਿਹੜੇ ਲੋਕੀ ਨਸ਼ੇ ਵਾਲੇ ਆ ਉਹਨਾਂ ਨੂੰ ਅਸੀਂ ਅਵੇਅਰਨੈਸ ਕਰਦੇ ਆ ਕਿ ਤੁਸੀਂ ਜਿਹੜਾ ਲੋਕ ਨਸ਼ਾ ਕਰਦੇ ਆ ਉਹਨਾਂ ਨਸ਼ਾ ਛਡਾਉਣ ਲਈ ਅਵੇਅਰ ਕਰਦੇ ਹੋ? ਹਾਂਜੀ, ਅਸੀਂ ਯਾਨੀ ਨਸ਼ਾ ਛਡਾਉਣ ਤੋਂ ਦੇਰ ਲਈ ਨਸ਼ਾ ਛਡਾਉਣ ਤੋਂ ਅਵੇਅਰ ਕਰਦੇ ਆ। ਤਾਂ ਇਸ ਤੋਂ ਇਲਾਵਾ ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਵੀ ਕਿਤੇ ਤੁਹਾਡੇ ਵਿੱਚ ਕਿਤੇ HIV AIDS ਵਰਗੀ ਕੋਈ ਬਿਮਾਰੀ ਨਾ ਆ ਜਾਵੇ, ਉਹਦੇ ਤੋਂ ਬਚਾਉਣ ਲਈ ਅਸੀਂ ਉਹਨਾਂ ਨੂੰ ਇੱਥੇ ਕਾਉਂਸਲਿੰਗ ਕਰਦੇ ਆ, ਉਹਨਾਂ ਨੂੰ ਗੱਲਬਾਤ ਰਾਹੀਂ ਸਮਝਾ ਰਹੇ ਆ। ਪਰ ਜਿਹੜਾ ਤੁਹਾਡੀ ਗੱਲ ਤੇ ਆ, ਤੁਸੀਂ ਗੱਲ ਕਰ ਰਹੇ ਹੋ ਕਿ ਅਸੀਂ ਉਹਨਾਂ ਨੂੰ ਅਵੇਅਰ ਕਰਦੇ, ਗੱਲਾਂ ਨਾਲ ਅਵੇਅਰ ਕਰਦੇ, ਜਾਂ ਜਿਸ ਤਰ੍ਹਾਂ ਅਸੀਂ ਦੇਖੀਆਂ ਬਾਹਰ ਸਰਿੰਜਾਂ ਕਾਫੀ ਮਾਤਰਾ 'ਚ ਰੈਪਰ ਪਏ ਹੋਏ ਆ, ਰੈਪਰ ਦੇ ਨਾਲ ਕੁਝ ਇੱਕ ਮੀਡੀਆ ਦੇਖੇ ਕਿ ਸਰਿੰਜਾਂ 20 ਪਈਆਂ ਹੋਈਆਂ। ਉਹ ਸਰ ਜਿਹੜੀਆਂ ਤਾਂ ਸਰਿੰਜਾਂ ਹੈ ਉਹ ਤਾਂ ਦੇਖੋ ਜੀ ਸਾਡੀਆਂ ਨਹੀਂ ਆ, ਕਿਉਂਕਿ ਸਾਡੇ ਕੋਲ ਆਉਂਦੀ ਆ 2 ਰੈਪਰ ਤੁਹਾਡੇ ਹੈਗੇ ਆ। ਰੈਪਰ ਦੇਖੋ ਜੇ ਕੋਈ ਸਰਿੰਜ ਸਾਡੇ ਕੋਲ 2 ml ਆ ਰਹੀ ਆ, 3 ml ਆ ਰਹੀ ਆ, 5 ml ਆ ਰਹੀ। ਆਪਾਂ ਕਿਸੇ ਨੂੰ ਘਰ ਲਿਆਉਣ ਲਈ ਸਰਿੰਜ ਦਿੰਦੇ ਹੋ ਜੀ? ਇਹ ਸਾਡਾ ਗਵਰਨਮੈਂਟ ਵੱਲੋਂ ਹੈ ਹੀ ਪ੍ਰੋਗਰਾਮ ਇਹ ਆ। ਜਿਹੜਾ ਪੰਜਾਬ ਸਰਕਾਰ ਨੇ ਮੈਡੀਕਲ ਸਟੋਰ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਕਿ ਕੋਈ ਵੀ ਵਿਅਕਤੀ ਜਿਹੜਾ ਸਰਿੰਜ ਨਹੀਂ ਖਰੀਦ ਸਕਦਾ ਕਿਸੇ ਮੈਡੀਕਲ ਸਟੋਰ ਤੇ ਆਪਾਂ ਨੂੰ ਘਰ ਲਿਆਉਣ ਲਈ
ਕਿਉਂਕਿ ਯੂਜ਼ ਐਂਡ ਥਰੋ ਆਏ, ਜੀ ਜੀ ਇੱਕ ਵਾਰੀ ਵਰਤਣ ਦੀ ਹੈ। ਤੇ ਕੀ ਤੁਹਾਡੇ ਕੋਲ ਜਿਹੜਾ ਕਾਉਂਸਲਿੰਗ ਹੁੰਦੀ ਹੈ, ਕਾਉਂਸਲਿੰਗ ਕੰਮ ਤੋਂ ਬਾਅਦ ਉਹਨੂੰ ਮੈਡੀਸਨ ਇੱਥੇ ਦਿੱਤੀ ਜਾਂਦੀ ਹੈ ਜਾਂ ਉਹ ਸਰਿੰਜਾਂ ਨਾਲ ਲੈ ਕੇ ਜਾਂਦੇ? ਨਹੀਂ, ਅਸੀਂ ਉਹਨਾਂ ਨੂੰ ਹੀ ਇਹ ਕਾਉਂਸਲਿੰਗ ਕਰਦੇ ਆ ਕਿ ਤੁਸੀਂ ਨਸ਼ਾ ਛੱਡਣਾ ਆ। ਜਿਹੜੇ ਮੁੰਡੇ ਸਾਡਾ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਸਿਵਲ ਹਸਪੀਟਲ ਦੇ ਵਿੱਚ OST ਸੈਂਟਰ ਤੇ ਓਟ ਸੈਂਟਰ ਨਹੀਂ ਮੈਮ, ਜਿਹੜੀ ਸਿਰੰਜ ਆ ਤੁਸੀਂ ਨਾਲ ਦਿੰਦੇ ਹੋ ਉਹਨਾਂ ਨੂੰ ਲਿਆਉਣ ਵਾਸਤੇ? ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜੇ ਨਸ਼ੇ ਵਾਲੇ ਮੁੰਡੇ ਹੁੰਦੇ ਹਨ ਇਹ ਟੀਕਾ ਲਗਾਉਂਦੇ ਆ। ਗਵਰਨਮੈਂਟ ਵੱਲੋਂ ਇਹ ਸਾਨੂੰ ਆਉਂਦਾ ਹੈ ਪ੍ਰੋਜੈਕਟ, ਗਵਰਨਮੈਂਟ ਵੱਲੋਂ ਹੈ HIV ਤੇ ਅਵੇਅਰਨੈਸ ਕਿ ਉਹ ਬੰਦਾ ਜੇ ਉਹ ਨਸ਼ਾ ਨਹੀਂ ਛੱਡਣਾ ਚਾਹੁੰਦਾ ਤਾਂ ਉਹ ਜਿਹੜੀ ਸੂਈ ਸਰਿੰਜ ਹੈ ਉਹ ਆਪਣੀ ਯੂਜ਼ ਕਰੇ। ਇਸ ਲਈ ਸਰਕਾਰ ਨੇ ਉਹ ਸੂਈ ਸਰਿੰਜ ਸਰਕਾਰ ਵੱਲੋਂ ਸਾਡੇ ਥਰੂ ਦਿੱਤੀ ਜਾਂਦੀ ਹੈ। ਕਿੰਨੀਆਂ ਇੱਕ ਬੰਦੇ ਨੂੰ ਦਿੱਤੀਆਂ ਜਾਂਦੀਆਂ ਜਿਹੜਾ ਤੁਹਾਡੇ ਜੋ ਉਹ ਦੇਖੋ ਅਸੀਂ ਉਹਨਾਂ ਦਾ ਡਿਮਾਂਡ ਦੇਦੇ ਆ 3 ਮਹੀਨੇ ਬਾਅਦ ਇੱਕ ਬੰਦੇ ਦਾ ਅਸੀਂ ਅਸੈਸ ਕਰਦੇ ਆ ਕਿ ਇਹ ਬੰਦਾ ਅੱਗੇ ਨਾਲੋਂ ਵੱਧ ਰਿਹਾ ਕਿ ਘਟ ਰਿਹਾ ਆ, ਤੇ ਡਾਕਟਰ ਦੇ ਨਾਲ ਵੀ ਉਹਦੀ ਗੱਲਬਾਤ ਕਰਾਈ ਜਾਂਦੀ ਆ ਕਿ ਹਾਂ ਅੱਗੇ ਨਾਲੋਂ ਘਟ ਰਿਹਾ ਤਾਂ ਉਹ ਸ਼ਾਇਦ ਮਹੀਨੇ ਵਿੱਚ ਇੱਕ ਅੱਧੀ ਸਰਿੰਜ ਯੂਜ਼ ਕਰ ਰਿਹਾ ਹੈ, ਤੇ ਹੋ ਸਕਦਾ ਕੁਝ ਬੰਦੇ ਇਹੋ ਵੀ ਜਿਹੜੇ ਮਹੀਨੇ ਵਿੱਚ 2 ਵੀ ਸਰਿੰਜ ਯੂਜ਼ ਕਰ ਰਹੇ। ਜਿਹੜਾ ਤੁਹਾਡਾ ਬਾਇਓਗੈਸ ਤੇ ਬਾਹਰ ਪਿਆ ਹੋਇਆ ਕੀ ਇਹਦੇ ਲਈ ਕੋਈ ਤੁਹਾਡੇ ਕੋਲ ਪ੍ਰੋਸੈਸ ਹੈਗਾ? ਸਾਡੇ ਕੋਲ ਇਹਦੇ ਲਈ ਇਹ ਪ੍ਰੋਸੈਸ ਹੈ ਕਿ ਇੱਥੋਂ ਅਸੀਂ ਹਫ਼ਤੇ ਬਾਅਦ ਜਾਂ 15 ਦਿਨ ਚੱਕ ਕੇ ਸਿਵਲ ਹਸਪੀਟਲ ਨੂੰ ਦੇਣਾ, ਉਹਦੇ ਲਈ ਪ੍ਰੋਪਰ ਸਾਡੇ ਰਜਿਸਟਰ ਜਿਹੜਾ ਸਰਿੰਜਾਂ ਤੁਹਾਡੇ ਰੈਪਰ ਬਾਹਰ ਪਏ ਹੋਏ ਆ ਕੀ ਉਹ ਤੁਹਾਡੇ ਰੈਪਰ ਹੈਗੇ ਆ? ਸਰ ਉਹ ਇਦਾਂ ਹੁੰਦਾ ਕਿ ਜਦੋਂ ਕਿਤੇ ਬਾਹਰਲੀ ਵੀ ਕੋਈ ਸਰਿੰਜ ਲੈ, ਜ਼ਰੂਰੀ ਨਹੀਂ ਉਹ ਸਾਡੀ ਸਰਿੰਜ ਹੈ, ਕਈ ਵਾਰ ਕਿਤੇ ਹੋਰ ਵੀ ਲੈ ਸਕਦੇ, ਜਾਂ ਜੇ ਸਾਡੇ ਕੋਲ ਲੈ ਕੇ ਜਾਂਦੇ ਉਹ ਲਾ ਵੀ ਜਾਂਦਾ ਮੈਮ ਇੱਕ ਮਿੰਟ ਤੁਸੀਂ ਇਹ ਦੱਸੋ, ਤੁਸੀਂ ਸਰਿੰਜ ਦੀ ਗੱਲ ਕੀਤੀ ਬਾਹਰੋਂ ਸਰਿੰਜ ਲੈ ਕੇ ਆਉਂਦੇ ਆ, ਤੁਸੀਂ ਉਹਨਾਂ ਨੂੰ ਕਦੀ ਪੁੱਛਿਆ ਵੀ ਸਰਿੰਜ ਤੇ ਬਾਹਰੋਂ ਮੈਡੀਕਲ ਸਟੋਰ ਤੋਂ ਮਿਲਦੀ ਨਹੀਂ ਪਈ ਹੈ? ਨਹੀਂ, ਮੈਂ ਇਹ ਨਹੀਂ ਕਹਿੰਦੀ ਜਿੱਦਾਂ ਹੁਣ ਤੁਸੀਂ ਕਹਿੰਦੇ ਆ ਵੀ ਕਈ ਰੈਪਰ ਹੋ ਸਕਦੇ, ਕਈ ਵਾਰ ਉਹਨਾਂ ਦਾ ਆਪਣਾ ਦੇਖੋ ਜੀ ਜਿਹੜੇ ਨਸ਼ੇ ਕਰਨੇ ਵਾਲੇ ਆ ਉਹਨਾਂ ਨੇ ਕੋਈ ਨਾ ਕੋਈ ਸਾਧਨ ਬਣਾਇਆ ਹੀ ਹੁੰਦਾ। ਇਹ ਨਹੀਂ ਅਸੀਂ ਕਹਿ ਸਕਦੇ ਵੀ ਉਹ ਲੈ ਨਹੀਂ ਸਕਦੇ ਵੀ ਜਾਂ ਸਰਕਾਰ ਹੈ ਨਹੀਂ ਕਿਸੇ ਮੈਡੀਕਲ ਸ਼ਾਪ ਤੇ, ਸਭ ਕੋਈ ਹੁੰਦੀ ਹੈ। ਆਪਣੇ ਸੈਂਟਰ ਦੇ ਬਾਹਰ ਜਿਹੜਾ ਦੇਖ ਰਿਹਾ ਰੈਪਰ ਕਾਫੀ ਮਾਤਰਾ 'ਚ ਪਏ ਹੋਏ ਆ, ਕੀ ਤੁਹਾਨੂੰ ਲੱਗਦਾ ਕਿ ਕਿਸੇ ਸਾਜ਼ਿਸ਼ ਦੇ ਤਹਿਤ ਹੈ ਜਾਂ ਤੁਹਾਡੇ ਆਪਣੇ ਆ? ਨਹੀਂ, ਉਹ ਤਾਂ ਦੇਖੋ ਜੀ ਸਰਿੰਜਾਂ ਤਾਂ ਸਾਡੀ ਕੋਈ ਵੀ ਰੈਪਰ ਤੁਹਾਡੇ ਰੈਪਰ ਹੁਣ ਮੈਨੂੰ ਨਹੀਂ ਇਹ ਪਤਾ ਵੀ ਉਹਨਾਂ ਸਰਿੰਜਾਂ ਦੇ ਤੁਸੀਂ ਬਾਹਰ ਜਾ ਕੇ ਨਹੀਂ ਦੇਖਿਆ ਚਲਾ ਰਹੇ ਹੋ, ਇੱਕ ਬੰਦਾ ਪਰਿਵਾਰ ਹੈ ਆਪਣਾ ਗੇਟ ਦੇ ਬਿਲਕੁਲ ਨਾਲ ਪਏ। ਉਹਦੇ ਸਪੈਸ਼ਲ ਗੱਲ ਕਰਦੇ ਆਪਾਂ ਅੰਦਰੋਂ ਕੋਈ ਚੀਜ਼ ਚੱਕੀ ਆ ਜਾਂ ਆਪਾਂ ਦੁਕਾਨ ਤੋਂ ਵੀ ਲੈਣੇ ਆ, ਕਈ ਵਾਰ ਖਾਂਦੇ ਆਪਾਂ ਲਿਫਾਫਾ ਮੈਮ ਤੁਹਾਡੀ ਕੋਠੀ ਦੇ ਬਾਹਰ ਜਿੱਥੇ ਤੁਹਾਡਾ ਸੈਂਟਰ ਚੱਲ ਰਿਹਾ ਇਹਦੀ ਬਾਹਰ ਕੋਠੀ ਦੇ ਬਾਹਰ ਬਿਲਕੁਲ ਤੁਹਾਡੇ ਕਿਨਾਰੇ ਦੇ ਨਾਲ ਕਾਫੀ ਰੈਪਰ ਪਏ ਹੋਏ ਆ, ਕੀ ਉਹ ਤੁਹਾਡੇ ਨਹੀਂ ਹੈ? ਨਹੀਂ ਸਰ, ਪਤਾ ਨਹੀਂ ਜੀ ਮੈਨੂੰ ਤਾਂ। ਚੈੱਕ ਕਰਕੇ ਵੀਡੀਓ ਦੱਸ ਸਕਦੇ? ਹਾਂਜੀ, ਚੈੱਕ ਕਰਕੇ ਦੱਸ ਸਕਦੇ ਹੋ ਤੁਹਾਡੇ ਉਹਦੇ ਚ ਹੈਗੇ ਆ ਜਾਂ ਕਿਤੇ ਸਾਜ਼ਿਸ਼ ਦੇ ਤਹਿਤ ਆ? ਹਾਂ ਉਹ ਦੇਖੋ ਸਰ ਹੋ ਵੀ ਸਕਦਾ ਕਿ ਅਗਰ ਉਹ ਸਰਿੰਜ ਲੈ ਕੇ ਜਾਏ ਆ ਕੋਈ ਲਾ ਕੇ ਸੈੱਟ ਵੀ ਗਏ ਆ। ਮੈਂ ਕਰਾਂ ਸਰ ਇਹ ਨਾ ਸਰ ਕੀ ਮਾਮਲਾ ਜਿਹੜਾ ਇੱਕ NGO ਚੱਲਦੀ ਪਈ ਆ? ਜਿਸ ਤਰ੍ਹਾਂ ਕਿ ਅੱਜ ਮੈਂ SMO ਸਿਵਲ ਹਸਪੀਟਲ ਫਗਵਾੜਾ ਹੋ ਰਿਹਾ, ਤੇ ਫਗਵਾੜਾ ਦੇ ਵਿੱਚ ਇੱਕ ਸੋਸਵਾ TI NGO ਉਹ ਜਿਹੜੀ ਕਿ ਇੱਥੇ ਹਸਪੀਟਲ ਦੇ ਕੋਲ ਹੀ ਹੈ, ਸਿਵਲ ਹਸਪਤਾਲ ਦੇ ਕੋਲ, ਉੱਥੇ ਵਿੱਚ ਜਿਸ ਤਰ੍ਹਾਂ ਕਿ ਨੌਲੇਜ ਵਿੱਚ ਕੁਛ ਲਿਆਂਦਾ ਲੋਕਾਂ ਨੇ, ਉਸ ਮੁਹੱਲਾ ਵਾਸੀਆਂ ਨੇ ਤੁਹਾਡੇ ਥਰੂ ਮੀਡੀਆ ਦੇ ਥਰੂ ਗੱਲ ਆਈ ਹੈ। ਸਾਡੀ ਉੱਥੇ ਟੀਮ ਉੱਥੇ ਇੰਸਪੈਕਸ਼ਨ ਕਰਨ ਗਈ, ਉੱਥੇ ਇੰਚਾਰਜ ਮੈਡਮ ਜਿਹੜੇ ਪਰਮਜੀਤ ਕੌਰ ਜਿਹੜੇ ਉਹਨਾਂ ਨੂੰ ਆਪਣੇ ਗੱਲਬਾਤ ਕੀਤੀ, ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਆਲਰੇਡੀ 600 ਜਿਹੜੇ ਉਹਨਾਂ ਦੇ ਪੇਸ਼ੈਂਟ ਹੈਗੇ ਨੇ ਜਿਨ੍ਹਾਂ ਨੂੰ ਕਿ PSS ਗਵਰਨਮੈਂਟ ਵੱਲੋਂ ਸਰਿੰਜਿਸ ਵਗੈਰਾ ਤੇ ਸਪਲਾਈ ਹੁੰਦੀਆਂ ਡਾਇਰੈਕਟਲੀ ਉਹਨਾਂ ਨੂੰ ਗਵਰਨਮੈਂਟ ਤੋਂ ਉੱਥੋਂ ਆਉਂਦੀਆਂ। ਉਹ ਉਹਨਾਂ ਨੇ ਆਪਣਾ ਜਿਹੜਾ ਬਾਇਓਮੈਡੀਕਲ ਵੇਸਟ ਦਾ ਜਿਹਨਾਂ ਸਰਿੰਜਾਂ ਦਾ ਅਤੇ ਉਹਨਾਂ ਦਾ ਉਹ ਸਾਰਾ ਸਾਨੂੰ ਸਿਵਲ ਹਸਪੀਟਲ ਇੱਥੇ ਜਿਹੜਾ PSS ਦਾ ਉਹਨਾਂ ਦਾ ICTC ਡਿਪਾਰਟਮੈਂਟ ਹੈ ਉਹਨਾਂ ਨੂੰ ਹੈਂਡਓਵਰ ਕਰਦੇ ਨੇ ਯੂਜ਼ ਸਰਿੰਜਾਂ, ਅਤੇ ਉਹ ਮਤਲਬ ਵੀ ਉਹ ਉਸ ਤੋਂ ਬਾਅਦ ਫਿਰ ਅਸੀਂ ਬਾਇਓਮੈਡੀਕਲ ਵੇਸਟ ਨੂੰ ਦੇਖ ਕੇ ਉਹ ਡਿਸਕਾਰਡ ਕਰਦੇ ਆ। ਡਾਕਟਰ ਸਾਹਿਬ ਜੇ ਗੱਲ ਕਰੀਏ ਅਸੀਂ ਜਦ ਅੱਜ ਉੱਥੇ ਰੌਲਾ ਪਿਆ ਮੀਡੀਆ ਮੌਕੇ ਤੋਂ ਪਹੁੰਚੀ, ਦੇਖਿਆ ਉੱਥੇ ਭਾਰੀ ਮਾਤਰਾ ਦੇ ਵਿੱਚ ਕਾਫੀਆਂ ਪੁਰਾਣੀਆਂ ਸਰਿੰਜਾਂ ਔਰ ਰੈਪਰ ਜਿਹੜਾ ਪਏ ਹੋਏ ਆ, ਕੀ ਇੱਕ ਰੈਪਰ ਔਰ ਇੰਜੈਕਸ਼ਨ ਜਿਹੜਾ ਹੈ ਬਾਹਰ ਰੋਡ ਤੇ ਆ ਸਕਦਾ ਹੈ? ਇਸ ਤਰ੍ਹਾਂ ਕਿ ਇੱਦਾਂ ਮੈਂ ਹੁਣੇ ਉਹੀ ਚੀਜ਼ ਨੂੰ ਜਿਹੜੇ ਪਰਮਜੀਤ ਮੈਡਮ ਨੂੰ ਫੋਨ ਤੇ ਪੁੱਛਿਆ, ਤੁਹਾਡੇ ਸਾਹਮਣੇ ਹੀ ਪੁੱਛਿਆ ਹੈਗਾ, ਸਪੀਕਰ ਲਾ ਕੇ ਪੁੱਛਿਆ, ਉਹਨਾਂ ਨੇ ਇਹ ਦੱਸਿਆ ਵੀ ਉਹ ਜਿਸ ਤਰ੍ਹਾਂ ਕਿ ਉਹਨਾਂ ਦੇ ਸਫਾਈ 3 ਬੰਦੇ ਸਫਾਈ ਦੇ ਰੱਖੇ ਹੋਏ ਨੇ, ਉਹ ਸਫਾਈ ਕਰ ਰਿਹਾ ਸੀ, ਨਾਲ ਦੇ ਗੁਆਂਢੀ ਮੁੰਡੇ ਨੇ ਉਹ ਆਪਣੇ ਕੀਤਾ ਵੀ ਇਹ ਗੰਦ ਪਿਆ ਹੋਇਆ, ਤੁਸੀਂ ਇਹ ਸਰਿੰਜਾਂ ਕਿਉਂ ਰੱਖਦੇ ਪਏ? ਤੁਸੀਂ ਗੱਲ ਕੀਤੀ 3 ਬੰਦੇ ਉਹਨਾਂ ਨੇ ਸਫਾਈ ਦੇ ਤੁਹਾਨੂੰ ਆਪਣੀ ਸਫਾਈ ਲਈ ਦੱਸਿਆ, ਜਿਹੜੇ ਤੁਹਾਡੇ ਜਿਹੜਾ ਡਾਕਟਰ ਐਜ਼ ਏ ਚੈਕਿੰਗ ਲਈ ਭੇਜਿਆ ਸੀ ਤੁਸੀਂ, ਕੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਬਾਹਰ ਕਾਫੀ ਮਾਤਰਾ 'ਚ ਔਰ ਪਿਛਲੇ 15 ਦਿਨਾਂ ਦਾ ਲਗਾਤਾਰ ਜਿਹੜਾ ਬਾਇਓਵੇਸਟ ਉੱਥੇ ਪਿਆ, ਉਹਨਾਂ ਤੁਹਾਨੂੰ ਇੱਦਾਂ ਦੀ ਕੋਈ ਗੱਲਬਾਤ ਦੱਸੀ? ਫੋਟੋ ਜਿਹੜੀ ਉਹਨਾਂ ਨੇ ਮੈਂ ਖਿੱਚੀ ਹੈ, ਮੇਰੇ ਕੋਲ ਫੋਟੋ ਹੈਗੀ ਆ, ਰੈਪਰ ਜਿਹੜੇ ਸੀਗੇ ਸਰਿੰਜ ਤਾਂ ਉਹ 'ਚ ਨਹੀਂ ਮਿਲੀ, ਪਰ ਉਹਦਾ ਸਰਿੰਜਾਂ ਦੇ ਕਵਰ ਹੈਗੇ ਉਹ ਦੇਖੇ ਨੇ, ਉਹਨਾਂ ਨੇ ਫੋਟੋ ਭੇਜੀ ਆ, ਉਹੀ ਦੱਸਿਆ ਕਿ ਸਫਾਈ ਵਾਲਾ ਬੰਦਾ ਉਹਦਾ ਝਗੜਾ ਹੋ ਗਿਆ, ਗੁਆਂਢੀ ਨਾਲ ਝਗੜਾ ਹੋ ਗਿਆ, ਉਹਨੇ ਸਫਾਈ ਉੱਥੇ ਛੱਡਤੀ। ਇਹਦੀ ਜਾਂਚ ਕੀਤੀ ਜਾਏਗੀ ਵੱਡੇ ਪੱਧਰ ਤੇ? ਹਾਂ, ਪੂਰੀ ਜਾਂਚ ਕੀਤੀ ਜਾਏਗੀ। ਇਹ
ਕਿਉਂਕਿ ਇਹਦਾ ਮਹੱਲਾ ਵਾਸੀਆਂ ਨੂੰ ਜੇ ਪ੍ਰੋਬਲਮ ਜਿਹੜੀ ਆ ਰਹੀ ਹੈ ਤੇ ਬਾਕੀ ਗੌਰਮੈਂਟ ਨਾਲ ਕੀ ਇਹਨਾਂ ਦਾ ਐਗਰੀਮੈਂਟ ਹੋਇਆ ਕਿ ਕੋਈ ਹੋਰ ਜਗ੍ਹਾ ਢੁਕਵੀਂ ਜੇ। ਡਾਕਟਰ ਸਾਹਿਬ ਇਹਨੂੰ ਇੱਕ ਨਸ਼ਾ ਛੁਡਾਊ ਕੇਂਦਰ ਵੀ ਕਹਿ ਸਕਦੇ ਹਾਂ, ਹਾਂਜੀ ਕਹਿ ਸਕਦੇ ਨਸ਼ਾ ਛੁਡਾਊ ਕੇਂਦਰ। ਅੱਛਾ, ਜੇ ਜਿਸ ਤਰ੍ਹਾਂ ਇਹ ਨਸ਼ਾ ਸੰਬੰਧੀ ਗਾਈਡਲਾਈਨ ਦਿੰਦੇ ਆ, ਸਰਿੰਜਾਂ ਨਾਲ ਦੇ ਦਿੰਦੇ ਆ, ਜਿੱਦਾਂ ਤੁਹਾਨੂੰ ਇਸ ਗੱਲ ਦਾ ਲੱਗਦਾ ਕਿ ਜਿਸ ਨਸ਼ਾ ਕਰਨ ਵਾਲੇ ਨੂੰ ਉਹਨੂੰ ਟ੍ਰੇਨਿੰਗ ਦੇਣ ਤੋਂ ਬਾਅਦ ਉਹਨੂੰ ਸਰਿੰਜਾਂ ਦਿੰਦੇ ਆਪਾਂ, ਕੀ ਉਹਦੇ 'ਚੋਂ ਸਾਨੂੰ ਲੱਗਦਾ ਨਹੀਂ ਕਿ ਜੋ ਮੌਤਾਂ ਦਾ ਕਾਰਨ ਓਵਰਡੋਜ਼ ਜਿਹੜਾ ਆਉਂਦੇ ਆਪਣੇ ਕੋਲ ਮਾਮਲੇ ਸਾਹਮਣੇ, ਤੇ ਕੀ ਲੱਗਦਾ ਤੁਹਾਨੂੰ ਜਿਹਨੂੰ ਨਸ਼ੇੜੀ ਨੂੰ ਆਪਾਂ ਟੀਕਾ ਔਰ ਸਰਿੰਜ ਦੇਵਾਂਗੇ ਤਾਂ ਕੀ ਸਹੀ ਵਰਤੋਂ ਕਰੇਗਾ ਇਹਦਾ? ਇਹ ਸਾਰਾ ਨਾ ਇਹਨਾਂ ਦੇ ਲੀਗਲ ਕੋ ਗਵਰਨਮੈਂਟ ਦੇ ਅੰਡਰ ਹੈਗਾ, OST ਡਿਪਾਰਟਮੈਂਟ ਹੈਗਾ, ਡੀ ਐਡਿਕਸ਼ਨ ਹੈਗਾ, OST ਡਾਕਟਰ ਵੀ ਉੱਥੇ ਜਾਂਦੇ ਨੇ, ਉਹ ਵਿਜ਼ਿਟ ਕਰਦੇ ਨੇ। ਆਪਾਂ ਇਹਦੇ ਨਾਲ ਡੂੰਘਾਈ ਦੇ ਵਿੱਚ ਵੀ ਜਿੱਦਾਂ ਸਾਰੀਆਂ ਸਰਿੰਜਾਂ ਵੀ, ਕਿਉਂਕਿ ਇਹ ਗੱਲ ਕਾਫੀ ਦੇਰ ਤੋਂ ਚੱਲ ਰਿਹਾ ਸੈਂਟਰ। ਬਾਇਓਬੈਸ ਦੀ ਜੇ ਗੱਲ ਕਰੀਏ ਸਰਿੰਜਾਂ ਦੀ, ਤੇ ਤੁਹਾਡੇ ਕੋਲ ਜਿਹੜਾ ਉਹਨਾਂ ਨੇ ਦੱਸਿਆ ਕਿ ਜਿਹੜਾ ਬਾਇਓਬੈਸ ਤੁਹਾਡੇ ਕੋਲ ਆਉਂਦਾ, ਤੇ ਇਹਦੇ ਵਿੱਚ ਆਪਾਂ ਕਿਵੇਂ ਗਿਣਤੀ ਕਰਾਂਗੇ ਕਿ 600 ਸਰਿੰਜ ਸਰਕਾਰ ਵੱਲੋਂ ਆਈ, ਆਪਣੇ 600 ਵਾਪਸ ਆ ਗਈ ਹੈ? ਉਹ ਕਹਿੰਦਾ ਦੱਸਿਆ ਰਜਿਸਟਰ ਲਾਇਆ, ICGC ਦੇ ਰਜਿਸਟਰ ਲਾਇਆ ਉਹਨਾਂ ਨੇ, ਤੇ ਉਹ ਜਿਹੜੇ ਹੈਂਡਓਵਰ ਕਰਦੇ ਨੇ ਉਹ ਰਿਟਰਨ ਦੇ ਵਿੱਚ ਉਹਨਾਂ ਨੂੰ ਦੱਸਦੇ ਨੇ। ਡਾਕਟਰ ਸਾਹਿਬ ਇੱਕ ਉੱਥੇ ਦੇਖਿਆ ਗਿਆ ਹੈ ਬਾਹਰ ਗੇਟ ਦੇ ਬਾਹਰ ਭੰਗ ਉੱਗੀ ਹੋਈ ਹੈ ਕਾਫੀ, ਨਸ਼ਾ ਛੁਡਾਊ ਕੇਂਦਰ ਤੇ ਬਣਾਇਆ ਉਹਨੂੰ, ਨਸ਼ਾ ਛੁਡਾਊ ਕੇਂਦਰ ਤੁਸੀਂ ਕਹਿ ਸਕਦੇ ਆ, ਉਹਨੂੰ ਬਣਾਇਆ ਹੋਇਆ ਸੈਂਟਰ ਬਣਾਇਆ ਕੋਈ ਵੀ, ਗੰਦਗੀ ਦਾ ਆਲਮ ਪੂਰਾ ਆ। ਤੇ ਤੁਹਾਡੇ ਵੱਲੋਂ ਕਦੋਂ ਵਿਜ਼ਿਟ ਕੀਤੀ ਗਈ ਸੀ ਉਸ ਏਰੀਏ ਦੀ? ਕਿਉਂਕਿ ਇਹ ਡਾਇਰੈਕਟਲੀ ਜਿਹੜਾ ਨਾ ਇਹ ਸਾਡੇ ਡੀ ਐਡਿਕਸ਼ਨ ਸੈਂਟਰ ਦੇ ਨਾਲ, ਇਹਦੀ OST ਸੈਂਟਰ ਦੇ ਨਾਲ ਅਟੈਚਮੈਂਟ ਹੈਗੀ ਆ। ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਬਰਸਾਤ ਤੋਂ ਬਾਅਦ ਭੰਗ ਬੂਟੀ ਹੋ ਜਾਂਦੀ ਹੈ, ਤੇ ਅਸੀਂ ਉਹਦਾ ਵੀ ਅਸੀਂ ਕਹਿ ਕੇ ਸਫਾਈ ਕਰਾਵਾਂਗੇ। ਬਤੌਰੇ SMO ਤੁਹਾਡੇ ਵੱਲੋਂ ਉਸ ਸੈਂਟਰ ਤੱਕ ਕਦੋਂ ਦੌਰਾ ਕੀਤਾ ਗਿਆ? ਇਹਦਾ ਜਿਸ ਤਰ੍ਹਾਂ ਸਾਡਾ ਕਿਉਂਕਿ ਡਾਇਰੈਕਟਲੀ ਸਾਡੇ ਨਾਲ ਇਹਨਾਂ ਦਾ ਕੋਈ ਇਹਦਾ ਲਿੰਕ ਨਹੀਂ ਹੈਗਾ, ਇਹ ਜਿਹੜਾ ਇਹ ਸਿੱਧਾ ਇਹਨਾਂ ਦੀ PSEX ਦੇ ਨਾਲ ਲਿੰਕ ਹੈ, PSEX ਦੀ ਬ੍ਰਾਂਚ ਹੈ। ਐਜ਼ ਏ ਸਿਵਲ ਹਸਪੀਟਲ SMO ਡਾਇਰੈਕਟਲੀ ਸਾਡਾ ਉੱਥੇ ਕਦੀ ਇੱਦਾਂ ਵਿਜ਼ਿਟ ਕਰਨਾ, ਕਦੀ ਸਾਨੂੰ ਇੱਦਾਂ ਨਹੀਂ ਸਾਡੇ ਨਾਲ ਹੋਇਆ। ਤੇ ਡਾਕਟਰ ਸਾਹਿਬ ਕੋਈ ਸਿਰਿੰਜ ਦੇ ਸਕਦੇ ਆ, ਜਿੱਦਾਂ ਉਹ ਕਹਿੰਦੇ ਜੀ ਸਿਰਿੰਜਾਂ ਦੇ ਦਿੰਦੇ, ਉਹ ਦੇ ਸਕਦੇ ਆ? ਇਹਦੇ ਬਾਰੇ ਪਤਾ ਕੁਛ? ਉਹ ਸਾਰਾ ਹੀ ਮੈਂ ਕਿਹਾ ਜਿੱਦਾਂ ਇਹ ਡਿਪਾਰਟਮੈਂਟ ਜਿਹੜਾ ਅਲੱਗ ਡਿਪਾਰਟਮੈਂਟ ਹੈ, ਤੇ ਆਪਾਂ ਸਾਰਾ ਇਹਦਾ ਬਰੀਕੀ ਨਾਲ ਜਾ ਕੇ ਦੇਖਾਂਗੇ ਜ਼ਰੂਰ। ਇਹ ਸਾਰੇ ਮਾਮਲੇ ਤੁਹਾਡੇ ਵੱਲੋਂ ਜਾਂਚ ਕੀਤੀ ਜਾਏਗੀ? ਜ਼ਰੂਰ।